कोई भी वड्डी तो वड्डी जो बीमारी होवे कुछ होवे किसी नूं दुख तकलीफ किसी की बीमारी कहना दवाई नहीं लग रही कुछ नहीं हो रही कोई उपरली कसर है कुछ भी है ऐसी कोई चीज़ हैगी है ਇੱਥੇ ਆਵੇ ਤੇ ਆਪਣੇ ਆਪ ਬਾਬੇ ਨੇ ਹਰ ਕਹਿੰਦਾ ਇੱਕ ਚੁਟਕੀ ਦੇ ਨਾਲ ਹੀ ਸਭ ਠੀਕ ਹੋ ਜਾਣਾ। ਪੂਰੇ ਵਰਲਡ ਦੇ ਵਿੱਚ ਇੱਕ ਲੋਤਾ ਧੂਣਾ ਹੈ ਜਿਹੜੇ ਇਸ ਧੂਣੇ ਤੇ ਖਾਸੀਅਤ ਹੈਗੀ ਹੈ ਕਿ ਇੱਥੇ ਜਿਹੜੀ ਬਖਸ਼ ਹੈਗੀ ਹੈ ਕਿ ਇੱਥੇ ਦੇਵੀ ਦੇਵਤਾ ਖੁਦ ਆਪ ਬਰਾਜਮਾਨ ਬੈਠੇ ਹੈ ਸਾਖਸ਼ਾਤ। ਔਰ ਇਹ ਜਗ੍ਹਾ ਐਸੀ ਵਾਈਬ੍ਰੇਸ਼ਨ ਹੈ ਜਦੋਂ ਕੋਈ ਨੈਗੇਟਿविटी ਆਊਗੀ ਆਟੋਮੈਟਿਕ ਵਾਈਬ੍ਰੇਸ਼ਨ ਕਰਨੀ ਸ਼ੁਰੂ ਹੋ ਜਾਊਗੀ। समझे कैलाशपुरी महाकाल बाबा के आशीर्वाद वो खुद विराजमान बैठे थे। स्वामी कैलाशपुरी महाकाल बाबा इस समय विराजमान बैठे है तो शायद नहीं नज़र आने कि विराजमान है वो आप ही कर रहे आप ही करा रहे। ਤੁਸੀਂ ਕਹਿ ਰਹੇ ਹੋ ਕਿ ਸਾਰੇ ਭਗਵਾਨ ਜਿਹੜੇ ਇੱਥੇ ਹਾਜ਼ਰ ਨੇ ਇੱਥੇ ਬੈਠੇ ਹੋਏ ਆ ਪਰ ਲੋਕਾਂ ਨੂੰ ਦਿਖਦੇ ਨਹੀਂ ਪਰ ਤੁਹਾਨੂੰ ਦਿਖ ਜਾਂਦੇ। शिवरा नंदी का काम की होंगे जो भी कोई आता मंदिर जाता नंदी के कंन च कहता है कि नंदी महाराज मेरी पुकार पहुँचाओ मेरे प्रभु ਨੂੰ इधर पुकार पहुँचाओ ਤੁਹਾਡੇ ਕੰਨ 'ਚ ਪਾਈ ਹੈ ਤੇ ਤੇਰੀ ਪ੍ਰਭੂ ਸੁਣੂਗਾ। ਜੋ ਇੱਕ ਹੋਰ ਚੀਜ਼ ਹੈ ਇੱਥੇ ਕੋਈ ਲਾਲਚ ਨਹੀਂ ਚੱਲਣਾ ਇੱਥੇ ਕੋਈ ਲਾਲਚ ਇੱਥੇ ਉਹੀ ਉਸ ਬੰਦੇ ਨੂੰ ਹੀ ਉਸ ਸ਼ਖਸ ਨੂੰ ਹੀ ਉਸ ਜੀਵ ਨੂੰ ਹੀ ਇਹ ਅੱਗੇ ਮਿਲਣੀ ਹੈ ਜਿਹੜਾ ਜੀਵ ਕਹਿੰਦਾ ਬਿਨਾਂ ਸਵਾਰਥ ਤੋਂ ਆਪਣੇ ਸਵਾਰਥ ਤੋਂ ਬਿਨਾਂ ਕਰੂਗਾ ਤੇ ਤਾਂ ਹੀ ਹੋਣੀ ਹੈ ਤਾਂ ਹੀ ਇਹ ਬਖਸ਼ ਫਲ ਨਹੀਂ ਹੈ। ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਬਿਲਕੁਲ ਫ੍ਰੀ ਦੇ ਵਿੱਚ ਬਿਲਕੁਲ ਫ੍ਰੀ ਹੈ ਜੀ। ਹਰ ਹਰ ਮਹਾदेव ਕੁਛ ਨਹੀਂ ਜੈ ਸਿਆ ਰਾਮ। ਦੇਖੋ ਪੈਸਾ ਨਹੀਂ ਸਾਰੀ ਉੱਪਰ ਜਾ ਕੇ ਤੁਹਾਡੇ ਪੈਸੇ ਦੀ ਗਿਣਤੀ ਨਹੀਂ ਹੋਣੀ ਗਿਣਤੀ ਹੋਣੀ ਤੁਹਾਡੇ ਕਰਮਾਂ ਦੀ। ਤੁਸੀਂ ਕਿਸੇ ਦਾ ਭਲਾ ਕੀਤਾ ਹੈ ਜਿਨ 'ਚ ਇੱਕ ਭਲਾ ਕੀਤਾ ਉਹ 10 ਭਲੇ ਤੁਹਾਡੇ ਅੱਗੇ ਹੋਣੇ ਆ। ਤੇ ਹੁਣ ਮੇਰੇ ਕੋਲ ਕੋਈ ਆ ਰਿਹਾ ਹੈ ਤੇ ਮੈਂ ਬਹੁਤ ਆਪਣੇ ਨੂੰ ਕਿਸਮਤ ਵਾਲਾ ਸਮਝਦਾ ਕਿ ਪ੍ਰਭੂ ਤੁਸੀਂ ਮੈਨੂੰ ਕਿੱਥੇ ਕੀ ਸੀ ਮੈਂ ਕੀ ਸੀ ਔਰ ਮੈਨੂੰ ਕੀ ਬਣਾਤਾ। ਅਸੀਂ ਦੇਖਿਆ ਭਭੂਤੀ ਰੱਖੀ ਹੋਈ ਹੈ। ਪਹਿਲਾਂ ਤਾਂ ਇਹ ਦੱਸੋ ਵੱਡੀ ਤੋਂ ਵੱਡੀ ਬਿਮਾਰੀ ਤੇ ਵੱਡੇ ਤੋਂ ਵੱਡੇ ਜਿਹੜੇ ਵੀ ਰੋਗ ਹੁੰਦੇ ਇੱਕ ਭਭੂਤੀ ਨਾਲ ਕਿਸ ਤਰੀਕੇ ਨਾਲ ਜਿਹੜਾ ਠੀਕ ਹੋ ਜਾਂਦੇ। ਦੇਖੋ ਪਹਿਲੇ ਤੁਹਾਨੂੰ ਦੱਸਣਾ ਚਾਹੁੰਦਾ ਮੈਨੂੰ ਇਹ ਜਿਹੜੀ ਬਖਸ਼ ਦਿੱਤੀ ਹੈ ਸੁਪਰੀਮੋ ਸਾਡੇ ਜਿਹੜੇ ਸੁਪਰੀਮੋ ਜੀ ਹੈਗੇ ਆ ਮਹਾਕਾਲ ਪ੍ਰਭੂ ਇਹ कैलाशपुरी महाकाल बाबा जी अपने ਜਿਹੜੇ कैलाशपुरी महाकाल बाबा जी ਹੈਗੇ ਆ ਸੁਪਰੀਮੋ ਠੀਕ ਹੈ ਸੋਮੀ कैलाशपुरी महाकाल बाबा ਉਹਨਾਂ ਨੇ ਹੀ ਇਹ ਚੀਜ਼ ਬਖਸ਼ ਕੀਤੀ ਹੈ। ਕੋਈ ਵੀ ਵੱਡੀ ਤੋਂ ਵੱਡੀ ਜੋ ਬਿਮਾਰੀ ਹੋਵੇ ਕੁਛ ਹੋਵੇ ਕਿਸੇ ਨੂੰ ਦੁੱਖ ਤਕਲੀਫ ਕਿਸੇ ਦੀ ਬਿਮਾਰੀ ਕਹਿੰਦਾ ਦਵਾਈ ਨਹੀਂ ਲੱਗ ਰਹੀ ਕੁਛ ਨਹੀਂ ਹੋ ਰਹੀ ਕੋਈ ਉੱਪਰਲੀ ਕਸਰ ਹੈ ਕੁਛ ਵੀ ਹੈ ਐਸੀ ਕੋਈ ਚੀਜ਼ ਹੈਗੀ ਹੈ ਇੱਥੇ ਆਵੇ ਤੇ ਆਪਣੇ ਆਪ ਬਾਬੇ ਨੇ ਹਰ ਕਹਿੰਦਾ ਇੱਕ ਚੁਟਕੀ ਦੇ ਨਾਲ ਹੀ ਸਭ ਠੀਕ ਹੋ ਜਾਣਾ। ਕਰਨਾ ਬਾਬੇ ਨੇ ਕਰਾਣਾ ਬਾਬੇ ਨੇ ਮੈਂ ਕੁਛ ਨਹੀਂ ਕਰਨਾ ਹੈ ਬਾਬੇ ਨੇ ਹੀ ਸਭ ਕੁਛ ਬਾਬੇ ਨੇ ਦੇ ਦਿੱਤਾ ਹੈ ਬਾਬੇ ਨੇ ਹੀ ਕਰਨਾ ਹੈ। ਤੇ ਧੂਣੇ ਦੇ ਪੂਰੇ ਕਹਿੰਦਾ ਹਿੰਦੁਸਤਾਨ ਦੇ ਪੂਰੇ ਵਿਸ਼ਵ ਦੇ ਵਿੱਚ ਹੋ ਸਕਦੇ ਹੈ ਮਗਰ ਕਹਿਣ ਦਾ ਮਤਲਬ ਜਿਹੜਾ ਇੱਕ ਧੂਣਾ ਹੈਗਾ ਪੂਰੇ ਵਰਲਡ ਦੇ ਵਿੱਚ ਇੱਕ ਲੋਤਾ ਧੂਣਾ ਹੈ ਜਿਹੜੇ ਇਸ ਧੂਣੇ ਤੇ ਖਾਸੀਅਤ ਹੈਗੀ ਹੈ ਕਿ ਇੱਥੇ ਜਿਹੜੀ ਬਖਸ਼ ਹੈਗੀ ਹੈ ਕਿ ਇੱਥੇ ਦੇਵੀ ਦੇਵਤਾ ਖੁਦ ਆਪ ਬਰਾਜਮਾਨ ਬੈਠੇ ਹੈ ਸਾਖਸ਼ਾਤ। ਔਰ ਇਹ ਜਗ੍ਹਾ ਐਸੀ ਵਾਈਬ੍ਰੇਸ਼ਨ ਹੈ ਜਦੋਂ ਕੋਈ ਨੈਗੇਟਿविटी ਆਊਗੀ ਆਟੋਮੈਟਿਕ ਵਾਈਬ੍ਰੇਸ਼ਨ ਕਰਨੀ ਸ਼ੁਰੂ ਹੋ ਜਾਊਗੀ ਤੇ ਆਟੋਮੈਟਿਕ ਉਹਦੇ ਆਂਦੇ ਜੋ ਨੈਗੇਟਿविटी ਹੈ ਜੋ ਉਹਦੇ 'ਚ ਕੋਈ ਦੁੱਖ ਤਕਲੀਫ ਉਹ ਆਟੋਮੈਟਿਕ ਖਿੱਚਣੀ ਸ਼ੁਰੂ ਹੋ ਜਾਂਦੀ ਇੱਥੇ ਸਭ ਆਪਣੇ ਆਪ ਬਾਬੇ ਨੇ ਹੀ ਸਭ ਕਰਨਾ ਕਿੰਨੇ ਹੈ ਮਹਾਕਾਲ ਬਾਬਾ ਨੇ। समझे कैलाशपुरी महाकाल बाबा के आशीर्वाद वो खुद विराजमान बैठे थे। स्वामी कैलाशपुरी महाकाल बाबा इस समय विराजमान बैठे है तो शायद नहीं नज़र आने कि विराजमान है वो आप ही कर रहे आप ही करा रहे जी इतने संगत भी आ रही है दूरों आ रही है मैं नहीं बुला रहा प्रभु आप ही बुला रहे आप ही निर्वाधन कर रहे हैं। ਤੁਸੀਂ ਕਹਿ ਰਹੇ ਹੋ ਕਿ ਸਾਰੇ ਭਗਵਾਨ ਜਿਹੜੇ ਇੱਥੇ ਹਾਜ਼ਰ ਨੇ ਇੱਥੇ ਬੈਠੇ ਹੋਏ ਆ ਪਰ ਲੋਕਾਂ ਨੂੰ ਦਿਖਦੇ ਨਹੀਂ ਪਰ ਤੁਹਾਨੂੰ ਦਿਖ ਜਾਂਦੇ ਤੁਹਾਨੂੰ ਕਿੱਦਾਂ ਪਤਾ ਲੱਗਦਾ ਕਿ ਇਸ ਚੀਜ਼ ਦਾ ਸਾਖਸ਼ਾਤ ਬਿਠਾਇਆ ਜੋ ਨੰਦੀ ਹੈ ਨੰਦੀ ਦਾ ਕੰਮ ਕੀ ਹੁੰਦਾ ਹੈ नंदी का काम की होंगे पहले दसो। शिवरा नंदी का काम की होंगे जो भी कोई आता मंदिर जाता नंदी के कंन च कहता है कि नंदी महाराज मेरी पुकार पहुँचाओ मेरे प्रभु ਨੂੰ इधर पुकार पहुँचाओ ਤੁਹਾਡੇ ਕੰਨ 'ਚ ਪਾਈ ਹੈ ਤੇ ਤੇਰੀ ਪ੍ਰਭੂ ਸੁਣੂਗਾ। ਜੋ ਤੁਸੀਂ ਕੋਈ ਮੇਰੇ ਕੋਲ ਆ ਰਿਹਾ ਕੋਈ ਆਪਣਾ ਭਗਤ ਆ ਰਿਹਾ ਕਿਸੇ ਦੀ ਪਰੇਸ਼ਾਨੀ ਹੈ ਮੈਂ ਕੋਈ ਦੂਰ ਨਹੀਂ ਪ੍ਰਭੂ ਨੇ ਹੀ ਕਰਨੀ ਹੈ ਉਹ ਪਾਈ ਹੈ ਆਟੋਮੈਟਿਕ ਪ੍ਰਭੂ ਨੇ ਉਹਦੀ ਅਰਦਾਸ ਸੁਣ ਲੈਣੀ ਹੈ ਤੇ ਪ੍ਰਭੂ ਨੇ ਐਤਕੇ ਉਹਦਾ ਕਹਿੰਦਾ ਜਿੱਥੋਂ ਮਰਜ਼ੀ ਹੱਲ ਨਹੀਂ ਹੋਇਆ ਇੱਥੋਂ ਬਾਬੇ ਨੇ ਆਪੇ ਹੱਲ ਕਰ ਦੇਣਾ। ਕਰਨਾ ਤੇ ਪ੍ਰਭੂ ਨੇ ਕਰਾਣਾ ਪ੍ਰਭੂ ਨੇ ਵਿਸ਼ਵਾਸ ਤੇ ਹੀ ਸਾਰਾ ਕੁਝ ਹੈ ਕਿਉਂਕਿ ਇਹ ਦੇਖੋ ਪ੍ਰਭੂ ਆਪ ਵਿਰਾਜਮਾਨ ਬੈਠੇ ਹੈ ਸਾਖਸ਼ਾਤ ਪ੍ਰਭੂ ਇੱਥੇ ਲੁਧਿਆਣਾ ਦੀ ਧਰਤੀ ਤੇ ਆਪ ਆ ਕੇ ਇਹ ਕਿਰਪਾ ਕਰਕੇ ਗਏ ਹੈ ਔਰ ਕਿਉਂ ਕੀਤੀ ਹੈ ਇਹ ਦੁਨੀਆ ਦਾ ਕਲਿਆਣ ਲਈ। ਨੰਦੀ ਜੀ ਤੁਸੀਂ ਕਿਹੜੇ ਰੋਗ ਤੇ ਜਿਹੜਾ ਸਮਾਧਾਨ ਕਰਦੇ ਹੋ ਤੇ ਕਿਸ ਤਰੀਕੇ ਨਾਲ ਕਰਦੇ ਹੋ ਅਸੀਂ ਵੀਡੀਓ ਦੇ ਵਿੱਚ ਦੇਖ ਤਾਂ ਲਿਆ ਪਰ ਤੁਸੀਂ ਕਹਿ ਰਹੇ ਹੋ ਕਿ ਭਭੂਤੀ ਦੇ ਚੱਟਣ ਨਾਲ ਜਿਹੜੇ ਪੁਰਾਣੇ ਤੋਂ ਪੁਰਾਣੇ ਰੋਗ ਦਰਦ ਜਾਂ ਉਹਨਾਂ ਦੇ ਰੋਜ਼ਾਨਾ ਦੇ ਜ਼ਿੰਦਗੀ ਦੇ ਵਿੱਚ ਜੋ ਵੀ ਕਲੇਸ਼ ਚੱਲ ਰਹੇ ਨੇ ਉਹ ਸਾਰੇ ਕੁਝ ਦੂਰ ਹੋ ਜਾਂਦੇ ਨੇ। ਦੇਖੋ ਕਰਨਾ ਬਾਬੇ ਨੇ ਕਰਾਣਾ ਬਾਬੇ ਨੇ ਜੋ ਬਖਸ਼ ਦੇ ਹਿਸਾਬ ਨਾਲ ਜੋ ਬਾਬੇ ਨੇ ਇੱਕ ਚੁਟਕੀ ਦੀ ਕਿਹਾ ਇੱਕ ਚੁਟਕੀ ਦਾ ਮਤਲਬ ਕਿ ਕੋਈ ਵੀ ਕਿਸੇ ਤਰ੍ਹਾਂ ਵੀ ਰੋਗ ਹੋਵੇ ਕੁਝ ਵੀ ਹੋਵੇ ਹਰ ਤਰ੍ਹਾਂ ਰੋਗ ਬਾਬੇ ਦੀ ਇੱਕ ਚੁਟਕੀ ਭਭੂਤੀ ਦੇ ਨਾਲ ਹੀ ਸਭ ਠੀਕ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਕਰਨਾ ਤਾਂ ਮਹਾਕਾਲ ਨੇ ਸਭ ਕੁਝ ਕਰਾਣਾ ਮਹਾਕਾਲ ਨੇ ਜੋ ਸੇਵਾ ਬਖਸ਼ੀ ਹੈ ਦਾਸ ਨੂੰ ਤੇ ਦਾਸ ਆਪਣੀ ਸੇਵਾ ਆਪਣੀ ਨਿਭਾ ਰਿਹਾ ਠੀਕ ਹੈ। ਜਿਹੜਾ ਵੀ ਆਊਗਾ ਰਾਜੀ ਜਾਊਗਾ ਕਿਉਂਕਿ ਧਰਤੀ ਇਦਾਂ ਦੀ ਹੈ ਜਿਹੜਾ ਇੱਥੇ ਆਵੇ ਤੇ ਆਟੋਮੈਟਿਕ ਹੀ ਠੀਕ ਹੋਣਾ ਸ਼ੁਰੂ ਹੋ ਜਾਂਦਾ। ਇੱਕ ਹੋਰ ਚੀਜ਼ ਹੈ ਇੱਥੇ ਕੋਈ ਲਾਲਚ ਨਹੀਂ ਚੱਲਣਾ ਇੱਥੇ ਕੋਈ ਲਾਲਚ ਇੱਥੇ ਉਹੀ ਉਸ ਬੰਦੇ ਨੂੰ ਹੀ ਉਸ ਸ਼ਖਸ ਨੂੰ ਹੀ ਉਸ ਜੀਵ ਨੂੰ ਹੀ ਇਹ ਅੱਗੇ ਮਿਲਣੀ ਹੈ ਜਿਹੜਾ ਜੀਵ ਕਹਿੰਦਾ ਬਿਨਾਂ ਸਵਾਰਥ ਤੋਂ ਆਪਣੇ ਸਵਾਰਥ ਤੋਂ ਬਿਨਾਂ ਕਰੂਗਾ ਤੇ ਤਾਂ ਹੀ ਹੋਣੀ ਹੈ ਤਾਂ ਹੀ ਇਹ ਬਖਸ਼ ਫਲ ਨਹੀਂ ਹੈ। ਹੁਣ ਪ੍ਰਭੂ ਨੇ ਜੋ ਬਖਸ਼ ਕੀਤੀ ਹੈ ਕਿਉਂ ਕੀਤੀ ਹੈ ਕਿ ਮੇਰੇ 'ਚ ਕੋਈ ਨਾ ਲਾਲਚ ਨਾ ਮੋਹ ਨਾ ਮਾਇਆ ਮੈਨੂੰ ਕੁਛ ਚੀਜ਼ ਨਹੀਂ ਹੈ ਜਿਹੜਾ ਆਵੇ ਆਪਣਾ ਆਰਾਮ ਨਾਲ ਆਵੇ
ਆਪਣਾ ਆ ਕੇ ਇੱਥੇ ਬੈਠੇ ਪ੍ਰਭੂ ਨੂੰ ਆਪਣਾ ਸਿਮਰਨ ਕਰੇ, ਪ੍ਰਭੂ ਨੂੰ ਆਪਣੀ ਬੇਨਤੀ ਲਾਵੇ ਔਰ ਆਪਣੀ ਭਭੂਤੀ ਪ੍ਰਭੂ ਨੰਦੀ ਦੇ ਹੱਥੋਂ ਲੈ ਕੇ ਜਾਵੇ ਔਰ ਆਪਣਾ ਦੁੱਖ ਦੂਰ ਆਟੋਮੈਟਿਕ ਹੋਣਾ ਸ਼ੁਰੂ ਹੋ ਜਾਊਗਾ ਉਹਨਾਂ ਦਾ। ਵੱਲੋਂ ਜਿਹੜੀ ਇਹ ਸੇਵਾ ਕੀਤੀ ਜਾ ਰਹੀ ਹੈ ਬਿਲਕੁਲ ਫ੍ਰੀ ਦੇ ਵਿੱਚ ਬਿਲਕੁਲ ਫ੍ਰੀ ਹੈ ਜੀ। ਹਰ ਹਰ ਮਹਾਦੇਵ, ਕੁਛ ਨਹੀਂ, ਜੈ ਸਿਆ ਰਾਮ। ਇੱਥੇ ਕਈ ਸਾਧੂ ਸੰਤਾਂ ਨੇ ਤਪ ਕੀਤਾ ਹੈ ਔਰ ਤੁਸੀਂ ਇਹ ਦੇਖ ਸਕਦੇ ਹੋ ਤ੍ਰਿਸ਼ੂਲ ਪਏ ਹੈ ਤੇ ਅੱਜ ਦੇ ਨਹੀਂ ਹੈ, ਘੱਟੋ ਘੱਟ ਕਿੰਨੇ 100 ਸਾਲ ਪੁਰਾਣੇ ਹੋ ਗਏ। ਠੀਕ ਹੈ। ਦੂਜੀ ਗੱਲ ਇੰਨੀ ਕੁ ਪਾਵਰਫੁਲ ਹੈ, ਇੱਥੇ ਅੰਦਰ ਐਂਟਰੀ ਕਰਦੇ ਸਾਰ ਹੀ ਵਾਈਬ੍ਰੇਸ਼ਨ ਹੁੰਦੀ ਹੈ ਔਰ ਇਹ ਤੁਹਾਨੂੰ ਲੱਗਦਾ ਕਿ ਵਾਈਬ੍ਰੇਸ਼ਨ ਹੋ ਰਹੀ ਕਿ ਲੋਕਾਂ ਨੂੰ ਵੀ ਲੱਗਦਾ ਤੁਸੀਂ ਆਪ ਬੈਠੇ ਹੋ, ਤੁਹਾਨੂੰ ਵੀ ਮਹਿਸੂਸ ਹੋਊਗਾ, ਤੁਸੀਂ ਕਰੋ, ਮਹਿਸੂਸ ਕਰੋ, ਬਾਬੇ ਨੂੰ ਇੱਥੇ ਹੱਥ ਲਾਓ, ਆਟੋਮੈਟਿਕ ਤੁਹਾਡੀ ਨੈਗੇਟਿਵਿਟੀ, ਤੁਹਾਡੇ ਦਿਮਾਗ 'ਚ ਨੈਗੇਟਿਵਿਟੀ ਨਹੀਂ ਆਣੀ। ਕਿਉਂ ਨਹੀਂ ਆਣੀ? ਕਿਉਂ ਬਾਬਾ ਖੁਦ ਆਪ ਵਿਰਾਜਮਾਨ ਬੈਠਾ ਹੈ। ਨੈਗੇਟਿਵਿਟੀ ਤਾਂ ਆਊਗੀ ਕਿਉਂਕਿ ਇਹ ਨੈਗੇਟਿਵ ਜਗ੍ਹਾ ਹੋ ਗਈ ਤੇ ਪੋਜ਼ਿਟਿਵ ਜਗ੍ਹਾ ਹੈਗੀ ਆਟੋਮੈਟਿਕ। ਉਹ ਸ਼ਮਸ਼ਾਨ 'ਚ ਇੱਕ ਸਭ ਤੋਂ ਵੱਡੀ ਗੱਲ ਦੱਸਣ ਲੱਗਿਆ, ਦੇਖੋ ਇਹ ਸ਼ਮਸ਼ਾਨ ਪੂਰੇ ਵਿਸ਼ਵ ਦਾ ਸਭ ਤੋਂ ਵੱਡਾ ਸ਼ਮਸ਼ਾਨ ਹੈ ਔਰ ਇੱਕ ਹੋਰ ਚੀਜ਼ ਹੈਗੀ ਹੈ, ਇਹ ਸ਼ਮਸ਼ਾਨ 'ਚ ਖਾਸੀਅਤ ਕੀ ਹੈ? ਪੀਪਲ ਦੇ ਪੇੜ ਤੇ, ਇਹਦਾ ਪੀਪਲ ਦਾ ਪੇੜ ਅੰਦਰ ਪ੍ਰਾਚੀਨ ਬੜਾ ਪੁਰਾਣਾ ਹੈਗਾ। ਠੀਕ ਹੈ। ਉੱਥੇ 33 ਕੋਟੀ ਦੇਵੀ ਦੇਵਤਾ ਵਿਰਾਜਮਾਨ ਔਰ ਮਹਾਕਾਲ ਪ੍ਰਭੂ ਆਪ ਖੁਦ ਵਿਰਾਜਮਾਨ ਉੱਥੇ ਆਪਣਾ ਨਿਵਾਸ ਕਰਕੇ ਗਏ ਹੈ। ਠੀਕ, ਉਹਨਾਂ ਦੀ ਸ਼ਕਤੀ ਹੈ ਸਭ ਵਿਰਾਜਮਾਨ। ਔਰ ਪਹਿਲੀ ਗੱਲ ਹੈਗੀ ਹੈ, ਦੇਖੋ ਧੂਣੇ ਵਿੱਚ ਬਾਬਾ ਬੈਠਾ ਆਪ। ਠੀਕ ਹੈ ਜੀ। ਕਾਲ ਭੈਰੋ, ਸ਼ਮਸ਼ਾਨ ਭੈਰੋ ਔਰ ਪ੍ਰਭੂ ਆ ਮਹਾਕਾਲ ਸਾਰੇ ਵਿਰਾਜਮਾਨ। ਉਹ 33 ਕੋਟੀ ਦੇਵਤਾ ਔਰ ਪ੍ਰਭੂ ਸਾਰੇ ਵਿਰਾਜਮਾਨ ਇੱਥੇ ਤੇ ਮਾਂ ਕਾਲੀ ਵੀ ਵਿਰਾਜਮਾਨ ਹੈਗੀ ਹੈ। ਤਾਂ ਇੰਨੀ ਕੁ ਪਾਵਰਫੁਲ ਹੈ ਜਿਹੜੀ ਕਹਿਣਾ ਮੈਂ ਕਿਸੇ ਨੈਗੇਟਿਵਿਟੀ ਆਟੋਮੈਟਿਕ ਦੂਰ ਭੱਜਣੀ ਸ਼ੁਰੂ ਹੁੰਦੀ ਹੈ। ਜਿਹੜੇ ਆਪਣਾ ਦੁੱਖ ਆਉਂਦਾ, ਤਕਲੀਫ ਆਉਂਦਾ, ਆਪਣੇ ਕਰਮਾਂ ਦੇ ਹਿਸਾਬ ਨਾਲ ਆਉਂਦੀ ਹੈ। ਅਸੀਂ ਜੋ ਕਰਮ ਕੀਤੇ ਹੈ ਤੇ ਸਾਨੂੰ ਭੋਗਣੇ ਤੇ ਪੈਣੀ ਹੈ। ਇੱਥੇ ਆ ਕੇ ਭਭੂਤੀ ਦੇ ਨਾਲ ਜਿਹੜੇ ਤੁਹਾਡੇ ਕਸ਼ਟ ਹੈਗੇ ਆ ਉਹ ਸਲੋ ਹੋ ਜੂਗੇ। ਕਹਿੰਦੇ ਜੋ 100 ਸਪੀਡ ਤੇ ਆ ਰਹੇ ਆ ਉਹ ਸਮਝ ਲਓ 50 ਸਪੀਡ ਤੇ ਰਹਿ ਜੂਗੇ, ਅੱਧੇ ਘਟਦੇ ਆ ਹੋਰ ਹੌਲੀ ਹੌਲੀ ਘਟਣੇ ਸ਼ੁਰੂ ਹੋ ਜੂਗੇ। ਵਿਸ਼ਵਾਸ ਤੇ ਹੀ ਪਰਮਾਤਮਾ ਹੈ। ਦੇਖੋ ਪੈਸਾ ਨਹੀਂ, ਸਾਰੀ ਉੱਪਰ ਜਾ ਕੇ ਤੁਹਾਡੇ ਪੈਸੇ ਦੀ ਗਿਣਤੀ ਨਹੀਂ ਹੋਣੀ, ਗਿਣਤੀ ਹੋਣੀ ਤੁਹਾਡੇ ਕਰਮਾਂ ਦੀ। ਤੁਸੀਂ ਕਿਸੇ ਦਾ ਭਲਾ ਕੀਤਾ ਹੈ, ਜਿਨ 'ਚ ਇੱਕ ਭਲਾ ਕੀਤਾ ਉਹ 10 ਭਲੇ ਤੁਹਾਡੇ ਅੱਗੇ ਹੋਣੇ ਆ। ਤੇ ਹੁਣ ਮੇਰੇ ਕੋਲ ਕੋਈ ਆ ਰਿਹਾ ਹੈ ਤੇ ਮੈਂ ਬਹੁਤ ਆਪਣੇ ਨੂੰ ਕਿਸਮਤ ਵਾਲਾ ਸਮਝਦਾ ਕਿ ਪ੍ਰਭੂ ਤੁਸੀਂ ਮੈਨੂੰ ਕਿੱਥੇ ਦਾ ਕੀ ਸੀ, ਮੈਂ ਕੀ ਸੀ ਔਰ ਮੈਨੂੰ ਕੀ ਬਣਾਤਾ। ਕਿਉਂ? ਇਹ ਵੀ ਮੈਨੂੰ ਨਹੀਂ ਪਤਾ ਪਰਮਾਤਮਾ ਮੇਰੇ ਕੋਲ ਅੱਗੇ ਕੀ ਕਰਾਉਣਾ ਚਾਹੁੰਦਾ ਹੈ। ਕਹਿੰਦੇ ਉਹ ਹੋ ਰਿਹਾ ਜੋ ਕਈ ਯੁਗਾਂ 'ਚ ਨਹੀਂ ਹੋਇਆ, ਕਿਉਂਕਿ ਇਹ ਜਿਹੜਾ ਧੂਣਾ ਹੈਗਾ ਇਹ ਹੁਣ ਨਹੀਂ, ਅੱਗੇ ਕਈ ਯੁਗਾਂ ਤੱਕ ਚੱਲਣਾ ਹੈ। ਯੁਗਾਂ ਤੱਕ ਮੈਂ ਹੋਵਾਂ ਨਾ ਹੋਵਾਂ, ਮੈਂ ਰਵਾਂ ਨਾ ਰਵਾਂ, ਆਟੋਮੈਟਿਕ ਧੂਣਾ ਕਈ ਯੁਗਾਂ ਤੱਕ ਚੱਲੂਗਾ। ਕਿਉਂਕਿ ਇਹ ਜਿਹੜੀ ਚੀਜ਼ ਹੈਗੀ ਆਉਣ ਵਾਲੇ ਟਾਈਮ 'ਚ ਮੇਰੇ ਤੋਂ ਬਾਅਦ ਜਦੋਂ ਮੈਂ ਹੁਣ ਵਿਰਧ ਹੋ ਜਾਵਾਂ, ਕਹਿੰਦਾ ਬੁੜਾ ਹੋ ਜਾਵਾਂਗਾ, ਤੇ ਮੇਰੇ ਤੋਂ ਬਾਅਦ ਕਹਿੰਦਾ ਮੈਂ ਉਹ ਜਿਹੜੀ ਬਖਸ਼ ਹੈਗੀ ਹੈ ਜੋ ਉਹਦੇ ਕਹਿੰਦਾ ਮਤਲਬ ਲਾਈਕ ਹੋਗਾ ਉਹਨੂੰ ਆਟੋਮੈਟਿਕ ਮਿਲ ਜੂਗੀ। ਉਹਨੂੰ ਮਿਲੂਗੀ ਜਿਹੜਾ ਲਾਲਚੀ ਨਹੀਂ ਹੋਊਗਾ। ਇਹ ਲਾਲਚੀ ਬੰਦੇ ਨੂੰ ਨਹੀਂ ਮਿਲ ਸਕਦੀ ਕਿਉਂਕਿ ਇਹ ਜਿਹੜੀ ਚੀਜ਼ ਹੈ ਕਿ ਬਖਸ਼ ਹੁੰਦੀ ਹੈ ਸੇਵਾ ਲਈ, ਭਲੇ ਲਈ। ਜੀ ਤੇ ਨੰਦੀ ਜੀ ਕਿਹੜਾ ਹਫਤੇ ਦੇ ਵਿੱਚ ਕਿਹੜੇ ਦਿਨ ਤੁਸੀਂ ਬੈਠਦੇ ਹੋ ਤੇ ਟਾਈਮਿੰਗ ਕੀ ਹੁੰਦੀ ਹੈ? ਸਿਰਫ ਸੋਮਵਾਰ ਨੂੰ ਟਾਈਮਿੰਗ ਹੈਗੀ ਹੈ, ਕਿਸੇ ਨੇ ਬਾਹਰੋਂ ਆਉਣੇ ਚਾਹੁੰਦੇ ਆ ਤੇ 11 ਵਜੇ ਤੋਂ ਲੈ ਕੇ 1 ਵਜੇ ਤੱਕ। ਜੀ ਠੀਕ ਹੈ। ਉਸ ਤੋਂ ਬਾਅਦ ਸ਼ਿੰਗਾਰ ਦੀ ਡਿਊਟੀ ਗਈ 1 ਤੋਂ ਲੈ ਕੇ 5 ਵਜੇ ਤੱਕ। ਜੀ ਉਸ ਤੋਂ ਬਾਅਦ 5:30 ਤੋਂ ਲੈ ਕੇ 6:30 7 ਵਜੇ ਤੱਕ ਆ ਸਕਦੇ ਸੋਮਵਾਰ ਨੂੰ ਸ਼ਾਮ ਨੂੰ 5:30 ਤੋਂ ਲੈ ਕੇ 6:30 ਸ਼ਾਮ ਨੂੰ। ਜਿਹੜੀ ਹੈਗੀ ਆਪਣਾ ਦੁਪਹਿਰ ਦਾ ਟਾਈਮ ਹੈਗਾ 11 ਵਜੇ ਤੋਂ ਲੈ ਕੇ 1 ਵਜੇ ਤੱਕ। ਤੇ ਮੇਰਾ ਮੋਬਾਈਲ ਨੰਬਰ ਨੋਟ ਕਰ ਲਓ ਜੋ ਕਿਸੇ ਨੇ ਆਉਣਾ ਚਾਹੁੰਦੇ ਹੈਗੇ ਆ। ਪਹਿਲੇ ਦੇ ਤੁਹਾਨੂੰ ਐਡਰੈਸ ਦੱਸ ਦਿੰਦਾ, ਤੁਸੀਂ ਕਈ ਵਾਰ ਮੈਂ ਫ਼ੋਨ ਨਹੀਂ ਚੱਕ ਸਕਦਾ, ਕਈ ਵਾਰ ਫ਼ੋਨ ਮੈਂ ਬਿਜ਼ੀ ਹੁੰਨਾ ਜਾਂ ਕਿੱਥੇ ਹੁੰਨਾ। ਪਹਿਲੇ ਹੱਥ ਜੋੜ ਕੇ ਬੇਨਤੀ ਹੈਗੀ ਹੈ, ਪਹਿਲੇ ਤੁਹਾਨੂੰ ਐਡਰੈਸ ਦੱਸ ਦਿੰਦਾ। ਲੁਧਿਆਣੇ ਵਿੱਚ 3 ਨੰਬਰ ਡਿਵੀਜ਼ਨ ਬਹੁਤ ਮਸ਼ਹੂਰ ਹੈ। ਠੀਕ ਆ। ਉਸ ਤੋਂ ਬਾਅਦ ਗਊਸ਼ਾਲਾ ਰੋਡ ਤੇ ਪ੍ਰਾਚੀਨ ਸ਼ਿਵ ਮੰਦਿਰ ਹੈਗਾ ਸ਼ਮਸ਼ਾਨ ਘਾਟ ਦੇ ਅੰਦਰ, ਤੇ ਉਸ ਜਗ੍ਹਾ ਤੇ ਇਹ ਧੂਣਾ ਹੈ ਬਾਬਾ ਜੀ ਦਾ, ਮਹਾਕਾਲ ਜੀ ਦਾ ਸਾਕਸ਼ਾਤ ਵਿਰਾਜਮਾਨ ਹੈਗੇ। ਤੇ ਤੁਸੀਂ ਨੰਬਰ ਫਿਰ ਵੀ ਨੋਟ ਕਰ ਲਓ 7035 9 ਲੱਖ। ਕਿਸੇ ਨੇ ਆਉਣਾ ਸੋਮਵਾਰ ਦੇ ਦਿਨ ਹੀ ਆਓ। ਤੇ ਅੱਗੇ ਪਿੱਛੇ ਮੈਂ ਬਿਜ਼ੀ ਹੁੰਨਾ, ਆਪਣੀ ਪਰਸਨਲ ਲਾਈਫ ਵੀ ਹੈਗੀ ਹੈ ਤੇ ਬਾਬੇ ਨੇ ਜਿਹੜੀ ਸੇਵਾ ਲਾਈ ਹੋਈ ਹੈ। ਬੇਨਤੀ ਹੈਗੀ ਹੈ ਤੁਸੀਂ ਸੋਮਵਾਰ ਹੀ ਆਓ। ਹਰ ਹਰ ਮਹਾਦੇਵ, ਸਭ ਦਾ ਹੱਲ ਬਾਬੇ ਨੇ ਹੀ ਕਰਨਾ ਹੈ।